ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ। ਜਿਸ ਸਮੇਂ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਇਟਲੀ ਦੀ ਸਿਚੁਏਸ਼ਨ ਤੋਂ ਹੀ ਸ਼ੁਰੂਆਤ ਕਰਦੇ ਹਾਂ। ਖਬਰਾਂ ਬਹੁਤ ਸਾਰੀਆਂ ਨੇ ਆਪਣੇ ਕੋਲ। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੇ ਵਿੱਚ ਕੇਸ ਕਿੰਨਾ। ਇਟਲੀ ਦੇ ਵਿੱਚ ਪਿਛਲੇ ਸਾਲ ਵਾਂਗ ਜਿੱਦਾਂ ਹੀ ਗਰਮੀਆਂ ਸ਼ੁਰੂ ਹੋਈਆਂ ਕੇਸਾਂ ਦੀ ਗਿਣਤੀ ਵੀ ਘਟਣ ਲੱਗ ਗਈ। ਅੱਜ ਜੀ 5948 ਨਵਾਂ ਕੇਸ, 256 ਮਰੀਜ਼ਾਂ ਦੀ ਹੋਈ ਮੌਤ, 13038 ਜਿਹੜਾ ਟੋਟਲ ਠੀਕ ਹੋਇਆ ਇਟਲੀ ਦੇ ਵਿੱਚ ਮਰੀਜ਼। 4,23,558 ਟੋਟਲ ਇਟਲੀ ਦੇ ਵਿੱਚ ਪੋਜ਼ੀਟਿਵ ਨੇ। ਅਤੇ ਉੱਧਰ ਹੀ ਜੇਕਰ ਗੱਲ ਅਸੀਂ ਕਰੀਏ ICU ਵਾਲਿਆਂ ਦੀ, 2,490 ਜਿਹੜਾ ਬਹੁਤ ਹੀ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਆ, 18,395 ਕੋਵਿਡ ਦੇ ਸਿੰਪਟਮ ਦੇ ਨਾਲ ਹੌਸਪੀਟਲਾਂ ਦੇ ਵਿੱਚ ਐਡਮਿਟ ਆ, ਅਤੇ 4,02,673 ਬੰਦੇ ਨੂੰ ਘਰਾਂ ਦੇ ਵਿੱਚ ਭੜੋਕਿਆ ਕੁਆਰੰਟਾਈਨ ਕੀਤਾ ਗਿਆ ਜੀ। ਅਤੇ ਜੇ ਗੱਲ ਅਸੀਂ ਟੈਸਟਾਂ ਦੀ ਕਰੀਏ, ਬਹੁਤ ਘੱਟ ਕੇਸ ਕਿਉਂ ਆਇਆ ਕੇਸ ਘੱਟ ਇਸ ਕਰਕੇ ਆਇਆ ਕਿਉਂਕਿ ਅੱਜ ਜਿਹੜੇ ਗਿਣਤੀ ਆ ਟੈਸਟਾਂ ਦੀ 1,21,829 ਸੀ। ਪਰਸੋਂ ਦੀ ਜੇ ਗੱਲ ਕਰੀਏ 3.25 ਲੱਖ ਸੀ, ਅਤੇ ਅੱਜ ਜਿਹੜੀ ਆ ਤਕਰੀਬਨ 1.25 ਲੱਖ ਦਾ ਜਿਹੜਾ ਟੈਸਟ ਕੀਤਾ, 1,21,829 4.9% ਦੀ 10 ਦੀ ਪੋਜ਼ੀਟਿਵਿਟੀ ਸੀ। ਹਰ 100 ਪਿੱਛੇ 4,000 ਪਿੱਛੇ ਜਿਹੜੇ 49 ਜਿਹੜੇ ਬੰਦੇ ਪੋਜ਼ੀਟਿਵ ਆ ਰਹੇ ਸਨ। ਤੋਂ ਪਹਿਲੇ ਹੀ ਖਬਰ ਵੱਲ ਚੱਲਦੇ ਹਾਂ ਜੀ। ਅਜੀਬੋ ਗਰੀਬ ਘਟਨਾ ਹੋਈ ਹੈ। ਇੱਕ ਮੌਤ ਹੋਈ ਹੈ ਜੋ ਕਿ ਸਰਕਾਰ, ਲੋਕਾਂ ਦੇ, ਪੁਲਿਸ ਦੇ, ਇਨਕੁਆਰੀਆਂ ਦੇ ਏਜੰਟਾਂ ਦੇ ਵੀ ਜਿਹਨੇ ਹੋਸ਼ ਉਡਾ ਦਿੱਤੇ। ਅਸਲ ਦੇ ਵਿੱਚ ਕੀ ਹੋਇਆ ਇਸ ਮੌਤ ਦੇ ਵਿੱਚ? 55 ਸਾਲ ਦੀ ਔਰਤ ਜੋ ਕਿ ਜਿਹਨੇ ਕੁਛ ਟਾਈਮ ਪਹਿਲਾਂ ਹੀ ਲੈਤੋ ਖੂਨ ਤੇ ਨਹੀਂ ਤੁਰੇ, ਜਿਹਨੂੰ ਅਸੀਂ ਬਾਕਸ ਬੈੱਡ ਕਹਿੰਦੇ ਹਾਂ। ਜਾਂ ਅਸੀਂ ਮੋਂਦੋ ਕਨਵੀਨੀਅੰਸ ਜਾਂ ਫਿਰ ਮੋਂਦੀ ਅਲਕਾਜ਼ਾ ਵਾਲਿਆਂ ਕੋਲ ਜਾਂਦੇ ਹਾਂ ਤਾਂ ਉਹਨਾਂ ਦੇ ਕੋਲ ਮੋਂਦੋ ਕਨਵੀਨੀਅੰਸ ਵਾਲੇ ਜਾਂ ਫਿਰ ਹੋਰ ਘਰਾਂ ਜਿਹੜੇ ਕਮਰੇ ਲੈਤੋ ਲੈਂਦੇ, ਮਤਰੀਮੋਨੀ ਵਾਲੇ ਲੈਂਦੇ ਆ। ਅਤੇ ਉਹ ਜਿਹੜਾ ਬਾਕਸ ਬੈੱਡ ਆ, ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਤਕਰੀਬਨ ਪਤਾ ਕਿ ਉੱਤੇ ਨੂੰ ਚੱਕ ਹੋ ਜਾਂਦਾ, ਜਿਹੜਾ ਥੱਲੇ ਨੂੰ ਨਹੀਂ ਹੁੰਦਾ। ਇੱਦਾਂ ਦਾ ਹੀ ਬੈੱਡ ਸੀ। ਅਤੇ ਇਹ ਜਦੋਂ ਪੁਲਿਸ ਵਾਲੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਫਸੀ ਹੋਈ, ਅਤੇ ਉਹਦੇ ਵਿੱਚ ਉਹ 55 ਸਾਲ ਦੀ ਜਿਹੜੀ ਔਰਤ ਆਪਣੀ ਕੁੜੀ ਦੇ ਘਰ ਗਈ ਸੀ, ਉਸ ਲੈਤ ਤੋਂ ਉਸ ਬੈੱਡ ਦੇ ਵਿੱਚ ਫਸ ਕੇ ਮਰ ਜਾਂਦੀ ਹੈ। ਅਤੇ ਫਿਲਹਾਲ ਸਰਕਾਰ ਕਹਿ ਰਹੀ ਹੈ, ਜਿਹੜੀ ਇਨਕੁਆਰੀ ਚੱਲ ਰਹੀ ਹੈ ਜੀ, ਫਿਲਹਾਲ ਪਹਿਲੇ ਆਈਡੀਆ ਇਹ ਲਾਇਆ ਗਿਆ ਕਿ ਉਹਦੇ ਵਿੱਚ ਹੀ ਫਸ ਕੇ ਉਹਦੀ ਮੌਤ ਹੋ ਗਈ ਹੈ। ਬਾਕੀ ਇਹ ਵੀ ਗੱਲ ਉਹ ਕਹਿਣਾ ਮੁਮਕਿਨ ਨਹੀਂ ਸਮਝਦੇ ਵੀ ਸ਼ਾਇਦ ਇਹਦਾ ਕਤਲ ਵੀ ਕੀਤਾ ਹੋਵੇ। ਬਾਕੀ ਇਨਕੁਆਰੀ ਚੱਲ ਰਹੀ ਹੈ ਜੀ। ਜਿੱਦਾਂ ਸਾਨੂੰ ਕੁਛ ਪਤਾ ਲੱਗਦਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਅਸਲ ਦੇ ਵਿੱਚ ਕਾਤਲ ਜਿਹੜਾ ਬੈੱਡ ਸੀ ਜਾਂ ਕੋਈ ਹੋਰ। ਜੋ ਆਪਣਾ ਅਪਡੇਟ ਆ ਰਿਹਾ ਜੀ, ਆ ਗਿਆ ਆਪਣਾ ਵੀਵੋ ਵਲੈਂਤੀਆ ਤੋਂ ਅਪਡੇਟ ਆ ਰਿਹਾ ਜੀ। ਵੀਵੋ ਵਲੈਂਤੀਆ ਦੇ ਵਿੱਚ ਇੱਕ ਬੱਚੀ ਨੂੰ ਇੱਕ ਸਪਾਈਡਰ, ਇੱਕ ਮੱਕੜੀ ਨੇ ਵੱਡੀ ਦੰਦੀ ਅਤੇ ਪੂਰੇ ਸਕੂਲ ਨੂੰ ਖਾਲੀ ਕਰਾਉਣਾ ਪੈ ਗਿਆ ਜੀ। ਹੋਇਆ ਕੀ ਜੀ? ਗੱਲ ਕੁਛ ਇੱਦਾਂ ਹੀ, ਅੱਜ 3 ਮਈ ਨੂੰ ਇਸ ਛੋਟੀ ਜਿਹੜੀ ਬੱਚੀ ਹੈ ਜਿਹੜੀ ਸਕੂਲ ਦੇ ਵਿੱਚ ਪੜ੍ਹ ਰਹੀ ਸੀ, ਉਹਨੂੰ ਹੌਸਪੀਟਲ ਦੇ ਵਿੱਚ ਲੈ ਕੇ ਗਿਆ, ਅਤੇ ਉੱਥੇ ਜਾ ਕੇ ਪਤਾ ਲੱਗਾ ਕਿ ਉਹਦੇ ਅੰਦਰ ਬਹੁਤ ਹੀ ਜ਼ਿਆਦਾ ਜ਼ਹਿਰ ਇੰਜੈਕਟ ਕੀਤਾ ਗਿਆ। ਉਹ ਜਿਹੜੀ ਮੱਕੜੀ ਸੀ, ਉਹ ਜੋ ਸਪਾਈਡਰ ਸੀ, ਇੱਕ ਬਹੁਤ ਹੀ ਰੇਅਰ ਕਿਸਮ ਦੀ ਸਪਾਈਡਰ ਆ, ਜਿਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮਾਤਰਾ ਦੇ ਵਿੱਚ ਜ਼ਹਿਰ ਹੁੰਦਾ, ਅਤੇ ਪੂਰੇ ਜਿਹੜੇ ਸਕੂਲ ਨੂੰ ਖਾਲੀ ਕਰਾ ਦਿੱਤਾ ਗਿਆ। ਜਿੰਨੀਆਂ ਵੀ ਮੱਕੜੀ ਉਹਨਾਂ ਦੇ ਘਰ ਭੰਨ ਦਿੱਤੇ ਗਏ ਨੇ, ਅਤੇ ਮੱਕੜੀਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਚੱਕ ਕੇ ਬਾਹਰ ਸੁੱਟ ਦਿੱਤਾ ਗਿਆ ਜੀ। ਪੈਸਾ ਹਰ ਇੱਕ ਦਾ ਜਿਹੜਾ ਈਮਾਨ ਵੇਚ ਜਾਂਦਾ, ਹਰ ਇੱਕ ਦਾ ਨਹੀਂ, ਤਕਰੀਬਨ ਬਹੁਤ ਸਾਰੇ ਬੰਦੇ ਹੁੰਦੇ ਜਿਹੜਾ ਪੈਸੇ ਦਾ, ਜਿਹਨਾਂ ਦਾ ਦਿਮਾਗ ਖ਼ਰਾਬ ਕਰ ਦਿੰਦਾ। ਜ਼ਿਆਦਾਤਰ ਉਸ ਵੇਲੇ ਜਿਸ ਵੇਲੇ ਕੰਮ ਔਖਾ ਹੋਵੇ, ਕੋਵਿਡ ਦੇ ਕਾਰਨ ਸਾਰੇ ਪਾਸੇ ਕੰਮ ਮੁੱਕੇ ਹੋਣ, ਪਤਾ ਨਾ ਹੋਵੇ ਬੰਦੇ ਨੂੰ ਕਿ ਪੈਸਾ ਆਉਣਾ ਕਿੱਥੋਂ। ਇੱਦਾਂ ਦਾ ਹੀ ਕੁਛ ਅੰਕੋਨਾ ਦੇ ਵਿੱਚ ਹੋਇਆ, ਜਿੱਥੇ ਇੱਕ ਮੁੰਡੇ ਨੇ ਆਪਣੀ ਹੀ ਮਾਂ ਦਾ ਜਿਹੜਾ ਸ਼ਵ ਸੀਗਾ, ਆਪਣੀ ਹੀ ਮਾਂ ਦੀ ਜਿਹੜੀ ਲਾਸ਼ ਸੀਗੀ, ਘਰ ਦੇ ਵਿੱਚ ਰੱਖੀ 3 ਮਹੀਨੇ ਦੇ ਲਈ। 3 ਮਹੀਨਿਆਂ ਦੇ ਲਈ ਆਪਣੀ ਮ੍ਰਿਤਕ ਜਿਹੜੀ ਮਾਂ ਸੀ, ਉਹਦੀ ਜਿਹਦਾ ਫਲਕੋਨਾਰਾ ਪਿੰਡ ਆ ਦੱਸਿਆ ਜਾ ਰਿਹਾ, ਜੋ ਅੰਕੋਨਾ ਦੇ ਵਿੱਚ 47 ਸਾਲ ਦਾ ਬੰਦਾ ਆਪਣੀ ਮਾਂ ਦੀ ਲਾਸ਼ ਨੂੰ 3 ਮਹੀਨੇ ਘਰ ਦੇ ਵਿੱਚ ਰੱਖਦਾ। ਕਾਰਨ ਕੀ ਹੈ? ਕਿਉਂਕਿ ਉਹਨੂੰ ਜਿਹੜੀ ਪੈਨਸ਼ਨ ਆ ਰਹੀ ਸੀ, 3 ਮਹੀਨੇ ਤੋਂ ਪੈਨਸ਼ਨ ਉਹ ਲੈ ਰਿਹਾ ਸੀ। ਅਤੇ ਬਾਅਦ ਵਿੱਚ ਹੌਲੀ ਹੌਲੀ ਪਤਾ ਲੱਗਦਾ ਵੀ ਆਖਰ ਕਿਉਂ ਨਹੀਂ ਨਿਕਲਦੀ ਬਾਹਰ ਉਹ, ਜਿਹਦਾ ਨਾਂ ਸੀ ਉਹਦਾ, ਉਸ ਬੰਦੇ ਦੀ ਮਾਂ ਨੂੰ ਆਖਰਕਾਰ ਹੋਇਆ ਕਿ ਘਰੋਂ ਵੀ ਨਹੀਂ ਬਾਹਰ ਨਿਕਲਦੀ। ਇੰਨਾ ਵੀ ਕਿ ਡਰ ਆਂਢ ਗੁਆਂਢ ਨੂੰ ਵੀ ਹੈਲੋ ਹਾਏ ਨਹੀਂ ਬੁਲਾ ਰਹੀ। ਅਤੇ ਇਨਕੁਆਰੀ ਸ਼ੁਰੂ ਹੋਈ ਅਤੇ ਪਤਾ ਲੱਗਾ, ਅਤੇ ਹੁਣ ਇਸ ਬੰਦੇ ਦੇ ਸਿਰ ਕੇਸ ਹੋਊਗਾ। ਕੇਸ ਹੋਣ ਤੋਂ ਬਾਅਦ ਕੀ ਹੋਣਾ ਜੀ, ਇਸ ਜਿੰਨੀ ਜਿਹੜੀ ਪੈਨਸ਼ਨ ਲਈ ਆ ਉਹ ਵੀ ਜਿਹੜਾ ਇਹਨੂੰ ਵਾਪਸ ਕਰਨੀ ਪੈਣੀ ਹੈ ਜੀ। ਮੈਨੂੰ ਲੱਗਦਾ ਅੱਜ ਅਸੀਂ ਵੈਕਸੀਨ ਦੇ ਬਾਰੇ ਤਾਂ ਦੱਸਣਾ ਹੀ ਭੁੱਲ ਗਏ। ਇੰਡੀਆ ਦੇ ਵਿੱਚ 154.21 ਮਿਲੀਅਨ ਨੂੰ ਪਹਿਲਾ, 27.50 ਮਿਲੀਅਨ ਨੂੰ ਦੂਸਰਾ ਡੋਜ਼, ਅਤੇ ਇਟਲੀ 11ਵੇਂ ਨੰਬਰ 'ਤੇ, ਇਟਲੀ 11ਵੇਂ ਅਤੇ ਇੰਡੀਆ ਤੀਸਰੇ ਨੰਬਰ 'ਤੇ ਦੁਨੀਆ ਦੇ ਵਿੱਚ। ਇਟਲੀ ਦੇ ਵਿੱਚ 2,88,55,469 ਨੂੰ ਪਹਿਲਾ, 62,13,723 ਨੂੰ ਦੂਸਰਾ ਜਿਹੜਾ ਡੋਜ਼ ਆ ਵੈਕਸੀਨ ਦਾ ਲੱਗ ਚੁੱਕਾ ਜੀ। ਉੱਧਰ ਜੇਕਰ ਅਸੀਂ ਗੱਲ ਕਰੀਏ, ਸਭ ਤੋਂ ਵੱਧ ਕੇਸ ਕਿਹਨਾਂ ਏਰੀਆ ਦੇ ਵਿੱਚ ਆਇਆ? ਕੰਪਾਨੀਆ, ਜਿਹਦੇ ਵਿੱਚ 959, ਸਿਚੀਲੀਆ ਦੇ ਵਿੱਚ 734, ਲਾਸੀ ਦੇ ਵਿੱਚ 661, ਇਮੀਲੀਆ ਰੋਮਾਨੀਆ ਦੇ ਵਿੱਚ 641 ਅਤੇ 637 ਜਿਹੜੇ ਲੋਮਬਰਦੀਆ ਦੇ ਵਿੱਚ ਕੇਸ ਆਇਆ ਜੀ। ਵਧਦੇ ਹਾਂ ਜੀ ਅਗਲੇ ਅਪਡੇਟ ਵੱਲ। ਅਗਲਾ ਅਪਡੇਟ ਆ ਜੀ ਇੰਡੀਆ ਤੋਂ ਜਿਹੜਾ ਅਪਡੇਟ ਆ ਰਿਹਾ ਜੀ। ਇੰਡੀਆ ਦੇ ਵਿੱਚ ਦਿੱਲੀ ਦੀ ਜੀ ਸਰਕਾਰ ਆ ਜੀ, ਉਹ ਕਹਿ ਰਹੇ ਨੇ ਕਿ ਆਪਣਾ
ਦਿੱਲੀ ਦੀ ਸਰਕਾਰ ਨੇ ਜਿਹੜਾ ਇੰਡੀਆ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਜਿਨ੍ਹਾਂ ਦਾ ਨਾਮ ਰਾਜਨਾਥ ਸਿੰਘ ਆ ਜੀ, ਉਹਨਾਂ ਦੇ ਕੋਲੋਂ ਮਦਦ ਮੰਗੀ ਆ ਕਿ ਦਿੱਲੀ ਦੇ ਵਿੱਚ ਸਿਚੁਏਸ਼ਨ ਨੂੰ ਸਾਂਭਣ ਦੇ ਲਈ ਜਿਹੜੀ ਸਾਨੂੰ ਮਿਲਟਰੀ ਦੀ ਫੌਜ ਦੀ ਲੋੜ ਪੈ ਸਕਦੀ ਹੈ, ਕਿਉਂਕਿ ਬਹੁਤ ਹੀ ਸਿਚੁਏਸ਼ਨ ਕ੍ਰਿਟੀਕਲ ਹੁੰਦੀ ਜਾ ਰਹੀ ਹੈ। ਅਤੇ ਉੱਧਰ ਹੀ ਫਲਾਈਟਾਂ ਦੇ ਬਾਰੇ ਸਾਨੂੰ ਪੁੱਛਿਆ ਜਾ ਰਿਹਾ ਕਿ ਇੰਡੀਆ ਤੋਂ ਜਿਹੜੀਆਂ ਫਲਾਈਟਾਂ ਕੀ ਆ ਰਹੀਆਂ। ਹਾਂਜੀ, ਫਲਾਈਟਾਂ ਆ ਰਹੀਆਂ ਨੇ, ਪਰ ਫਿਲਹਾਲ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਉਹ ਸਿਰਫ ਅਤੇ ਸਿਰਫ ਇਟਾਲੀ ਨੂੰ ਹੀ ਲੈ ਕੇ ਆ ਰਹੀਆਂ ਨੇ। ਇੱਕ ਇਟਲੀ ਦੇ ਵਿੱਚ ਗਰੁੱਪ ਬਣ ਜਾ ਰਿਹਾ ਜੀ, ਉਸ ਗਰੁੱਪ ਬਾਰੇ ਅਸੀਂ ਤੁਹਾਨੂੰ ਦੱਸਾਂਗੇ। ਉਸ ਗਰੁੱਪ ਦੇ ਵਿੱਚ ਕੀ ਹੈ ਜੀ, ਉਹ 'ਚ ਇਹ ਦੱਸਿਆ ਜਾਂਦਾ ਜੇਕਰ ਇੰਡੀਅਨ ਜਿਹੜੇ ਜਿਨ੍ਹਾਂ ਕੋਲ ਸੁਜੋਰਨ ਆ ਜਾਂ ਕਾਰਜ ਸੁਜੋਰਨ ਹੋ ਜਾਂ ਰਿਜੇ ਬੂਤੇ 'ਤੇ ਗਏ, ਜੇ ਉਹਨਾਂ ਨੂੰ ਵਾਪਸ ਆਉਣ ਦੇ ਲਈ ਕੋਈ ਟਿਕਟ ਹੋਵੇ ਤਾਂ ਉਹਦੇ ਬਾਰੇ ਜ਼ਰੂਰ ਦੱਸਿਆ ਜਾਊਗਾ। ਜਿਹੜੀ ਅੱਜ ਫਲਾਈਟ ਆਈ ਹੈ ਇਟਲੀ ਤੋਂ, ਇਟਲੀ ਦੇ ਵਿੱਚ ਆਈ ਹੈ ਜੀ 7:30 ਵਜੇ ਇਟਲੀ ਦੇ ਵਿੱਚ ਪਹੁੰਚਣੀ ਸੀ ਫਲਾਈਟ, ਹੁਣ ਤਾਂ ਪਹੁੰਚ ਗਈ, ਲੈਂਡ ਵੀ ਹੋ ਗਈ। ਉਹਨਾਂ ਨੂੰ ਹੋਟਲਾਂ ਦੇ ਵਿੱਚ ਲੈ ਕੇ ਜਾਣਾ, ਅਤੇ ਦੱਸਿਆ ਜਾ ਰਿਹਾ ਕਿ ਸਿਰਫ ਅਤੇ ਸਿਰਫ ਇਟਾਲੀਅਨ ਪਾਸਪੋਰਟ ਹੋਲਡਰਾਂ ਦੇ ਲਈ ਹੀ ਫਲਾਈਟ ਦੇ ਵਿੱਚ ਜਗ੍ਹਾ ਸੀ। ਇਸ ਤੋਂ ਬਾਅਦ 5 ਮਈ 12 ਮਈ ਅਤੇ 19 ਮਈ ਨੂੰ ਵੀ ਦਿੱਲੀ ਤੋਂ ਜਿਹੜੀਆਂ ਫਲਾਈਟਾਂ ਚੱਲਣੀਆਂ, ਜੋ ਕਿ ਮਿਲਾਨ ਏਅਰਪੋਰਟ 'ਤੇ ਉਤਰਨਗੀਆਂ। ਅਤੇ ਜਿੱਦਾਂ ਹੀ ਸਾਨੂੰ ਕੋਈ ਹੋਰ ਜਿਹੜੇ ਆਪਣੇ ਸੁਜੋਰਨ ਵਾਲੇ ਇਹਨਾਂ ਬਾਰੇ ਕੁਛ ਪਤਾ ਲੱਗਦਾ, ਅਸੀਂ ਤੁਹਾਨੂੰ ਜਿਹੜਾ ਕੰਟੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਉਂਕਿ ਪ੍ਰੋਬਲਮ ਬਹੁਤ ਚੱਲ ਰਹੀ ਹੈ ਜੀ। ਅਤੇ ਇੰਡੀਆ ਤੋਂ ਜਿਹੜੀ ਫਲਾਈਟ ਇਟਲੀ ਦੇ ਵਿੱਚ ਆਈ ਸੀ, ਸਾਨੂੰ ਸਾਰਿਆਂ ਨੂੰ ਪਤਾ ਕਿ 213 ਦੇ ਵਿੱਚ 23 ਬੰਦੇ ਪੋਜ਼ੀਟਿਵ ਨਿਕਲੇ ਸੀ, ਅਤੇ ਕਿਸੇ ਦੇ ਵਿੱਚ ਵੀ ਜਿਹੜਾ ਇੰਡੀਅਨ ਦਾ ਵਾਰੀਐਂਟ ਨਹੀਂ ਪਾਇਆ ਗਿਆ ਸੀ। ਪਰ ਹੁਣ ਨਵੀਂ ਖਬਰ ਆਈ ਹੈ ਜੀ ਅੱਜ ਕਿ ਉਹ ਜਿਹੜੇ 23 ਬੰਦੇ ਸੀ, ਉਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਨਾਮ ਫਿਲਹਾਲ ਗੁਪਤ ਰੱਖਿਆ ਗਿਆ ਕਿ ਨਿਕਲ ਆਇਆ ਜੀ, ਵਰੀਆਂਤੇ ਇੰਡੀਆਨਾ ਵੀ ਉਹਦੇ ਵਿੱਚੋਂ ਨਿਕਲ ਆਇਆ ਜੀ। ਕਮੈਂਟਾਂ ਦੇ ਵਿੱਚ ਇੱਕ ਆਪਣੇ ਵੀਰ ਨੇ ਸਾਨੂੰ ਪੁੱਛਿਆ ਕਿ ਪਿਆਚੈਂਸੇ ਏਰੀਆ ਦੇ ਵਿੱਚ ਇੱਕ ਆਪਣਾ ਇੰਡੀਅਨ ਵੀਰ ਸੀ ਜਿਹਦੀ ਉਮਰ 34 ਸਾਲ ਆ, ਉਹਨੂੰ ਜਿਹੜਾ ਕਾਰਾਬੀਨੀ ਏਰੀਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਅਤੇ ਉਹਦਾ ਲਿੰਕ ਨਹੀਂ ਮਿਲ ਰਿਹਾ। ਦੇਖੋ ਜੀ, ਉਹਦਾ ਲਿੰਕ ਲੱਭਣ ਲਈ ਗੂਗਲ 'ਤੇ ਲਿਖੋ ਪਿਆਚੈਂਸਾ ਇੰਡੀਆਨੋ ਅਮਾਜ਼ੋਨ, ਤੁਹਾਨੂੰ ਸਭ ਤੋਂ ਪਹਿਲੇ ਜਿਹੜੀ ਵੈਬਸਾਈਟ ਲੱਭਣੀ ਉਹਦਾ ਲਿੰਕ ਮਿਲ ਜਾਣਾ। ਵੈਬਸਾਈਟ ਹੈ ਜੀ ilpiacenza.it। ਗੱਲ ਕੁਛ ਇਸ ਹਿਸਾਬ ਨਾਲ ਹੁੰਦੀ ਹੈ, ਦੱਸਿਆ ਜਾ ਰਿਹਾ ਕਿ ਬੰਦਾ ਨੋਰਮਲੀ ਆਪਣੀ ਤੂਰਨ ਤੋਂ ਕੰਮ ਤੋਂ ਛੱਡ ਕੇ ਆ ਰਿਹਾ ਸੀ, ਅਤੇ ਅਚਾਨਕ ਉਹਨੂੰ ਪੁਲਿਸ ਟੱਕਰਦੀ ਹੈ। ਪੁਲਿਸ ਨੂੰ ਦੇਖ ਕੇ ਘਬਰਾ ਜਾਂਦਾ, ਅਤੇ ਪੁਲਿਸ ਦੀ ਤਾਂ ਆਦਤ ਹੀ ਹੁੰਦੀ ਹੈ ਬੰਦੇ ਨੂੰ ਜੱਜ ਕਰਨੀ। ਦੇਖਦੇ ਕਿ ਬੰਦੇ ਤੋਂ ਪਸੀਨੇ ਵਹਿ ਰਹੇ ਨੇ, ਕੋਈ ਚੱਕਰ ਜ਼ਰੂਰ ਹੈ ਸਾਡੇ ਤੋਂ ਅੱਖ ਛੁਪਾ ਰਿਹਾ। ਚੋਰ ਹੀ ਹੁੰਦਾ ਜਿਹੜਾ ਚੋਰ ਦੀ ਦਾੜੀ 'ਚ ਤਿਣਕਾ ਹੁੰਦਾ, ਜਿਹੜਾ ਅੱਖ ਛੁਪਾਉਂਦਾ ਹੁੰਦਾ, ਅਤੇ ਉਹਨੂੰ ਪੁੱਛਦੇ ਹਾਂ ਵੀ ਕੀ ਹਿਸਾਬ ਵਾ, ਕਿੱਥੇ ਨੂੰ ਚੱਲਾਂ। ਬਸ ਫਿਰ ਕੀ ਹੈ ਜੀ, ਉਹਨੇ ਇੱਕ ਛਾਣਬੀਨ ਅਤੇ ਤਲਾਸ਼ੀ 'ਤੇ ਪਤਾ ਲੱਗਾ ਕਿ ਕੱਪੜਿਆਂ ਦੇ ਵਿੱਚ ਲੁਕੋ ਕੇ ਕੁਛ ਸਮਾਨ ਲੈ ਕੇ ਜਾ ਰਹੇ ਜੋ ਕਿ ਮਾਰਕੇ ਦਾ ਸੀ। ਬਸ ਫਿਰ ਕੀ, ਬਾਅਦ ਵਿੱਚ ਤਲਾਸ਼ੀ ਲਈ ਗਈ, ਘਰ ਦੀ ਤਲਾਸ਼ੀ, ਗੈਰੇਜ ਦੀ ਤਲਾਸ਼ੀ ਲਈ ਤਾਂ ਤਕਰੀਬਨ 250 ਬ੍ਰਾਂਡਡ ਜਿਹੜੇ ਕੱਪੜੇ ਉਹਦੇ ਕੋਲ ਮਿਲੇ, ਜਿਨ੍ਹਾਂ ਦੇ ਵਿੱਚ ਕੱਪੜੇ ਸੀਗੇ, ਬੂਟ ਸੀਗੇ ਜਾਂ ਹੋਰ ਜਾਣੀ ਅਲੱਗ-ਅਲੱਗ ਚੀਜ਼ਾਂ ਸੀ ਜੀ। ਅਤੇ ਦੱਸਿਆ ਜਾ ਰਿਹਾ ਕਿ ਆਈਡੀਆ ਇਹ ਹੈ ਜੀ ਕਿ ਤਕਰੀਬਨ ਘੱਟ ਤੋਂ ਘੱਟ 30,000 ਦੀ ਚੋਰੀ ਉਹਨੇ ਕੀਤੀ ਆ। ਜੋ ਪੁਲਿਸ ਵਾਲਿਆਂ ਨੇ ਜੋ ਉਹਦੇ ਸਿਰ ਕੇਸ ਪਾਇਆ ਵੀ 30,000 ਦੀ ਕੀਤੀ ਹੈ। ਜਿਹੜਾ ਪਿਆਚੈਂਸਾ punto IT ਵੈਬਸਾਈਟ ਉਹ ਵੀ 30,000 ਹੀ ਦੱਸ ਰਹੇ। ਬਾਕੀ ਜੇਕਰ ਕੋਈ ਉਸ ਵੀਰ ਨੂੰ ਜਾਣਦਾ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਕਿੰਨੀ ਇਹਦੇ ਵਿੱਚ ਸੱਚਾਈ ਹੈ ਜਾਂ ਕਿੰਨੀ ਇਹਦੇ ਵਿੱਚ ਨਹੀਂ। ਜਿਹੜੇ ਮਾਰ ਕੇ ਜਿਹੜੇ ਉਹਨੇ ਚੋਰੀ ਕੀਤੇ ਸੀ, ਇੰਪੀਰੀਓ, ਅਰਮਾਨੀ, ਲਾਕੋਸਟੇ, ਹਾਰਮੋਨੀ ਵਾਲਿਆ ਹੋ ਗਿਆ, ਆਦੀਦਾਸ ਹੋ ਗਿਆ, ਟੋਮੀ ਹਿਲਫਿਗਰ ਹੋ ਗਿਆ, ਕਾਲਵਿਨ ਕਲਾਈਨ ਹੋ ਗਿਆ, ਅਰਮਾਨੀ, ਲੈਵਿਸ ਪੂਮਾ, ਇਹ ਜਿਹੜੇ ਮਾਰ ਕੇ ਸਨ ਜੋ ਕਿ ਉਸ ਆਪਣੇ ਵੀਰ ਨੇ ਚੋਰੀ ਕੀਤੇ ਸਨ। ਜੋ ਆਪਣਾ ਅਪਡੇਟ ਆ ਰਿਹਾ ਜੀ, ਇਟਲੀ ਦੇ ਵਿੱਚ ਵੀ ਯੂਰਪ ਦੀ ਜਿਹੜੀ ਤਕਰੀਬਨ ਯੂਰਪ ਦੀਆਂ 15 ਕੰਟਰੀਆਂ ਦੇ ਵਿੱਚ ਜਿਹੜਾ ਗ੍ਰੀਨ ਪਾਸ ਆ ਇਹ ਸ਼ੁਰੂਆਤ ਕਰ ਦਿੱਤੀ ਜਾਣੀ ਹੈ ਜੀ। ਉਸ ਤੋਂ ਬਾਅਦ ਇੱਕ ਹੋਰ ਗੱਲਬਾਤ ਆ ਰਹੀ ਹੈ ਕਿ ਜਰਮਨ ਦੇ ਵਿੱਚ ਬਹੁਤ ਤਕੜਾ ਅਪਡੇਟ ਆ ਰਿਹਾ ਕਿ ਸਭ ਕੁਛ ਖੁੱਲ੍ਹ ਜਾਣਾ। ਚਲੋ ਖੁੱਲ੍ਹ ਤਾਂ ਜਾਣਾ, ਪਰ ਜਿਨ੍ਹਾਂ ਬੰਦਿਆਂ ਦੇ ਵੈਕਸੀਨ ਲੱਗੀ ਹੈ, ਜਿਨ੍ਹਾਂ ਦੇ ਟੀਕੇ ਲੱਗੇ, ਜਿਨ੍ਹਾਂ ਦੇ ਨੈਗੇਟਿਵ ਆਇਆ, ਬੰਦੇ ਪੋਜ਼ੀਟਿਵ ਤੋਂ ਨੈਗੇਟਿਵ ਆਇਆ, ਉਹਨਾਂ ਨੂੰ ਰਾਤ ਨੂੰ ਕੋਈ ਰੋਕ ਟੋਕ ਨਹੀਂ। ਜੇਕਰ ਉਹਨਾਂ ਨੇ ਕਿਸੇ ਮਾਰਕੀਟ ਦੇ ਵਿੱਚ ਜਾਣਾ ਜਾਂ ਇੱਦਾਂ ਦੀ ਜਗ੍ਹਾ ਜਾਣਾ ਜਿਹਦੇ ਵਿੱਚ ਜਾਣ ਦੇ ਲਈ ਟੈਸਟ ਦੀ ਲੋੜ ਆ, ਤਾਂ ਉਹਨਾਂ ਨੂੰ ਟੈਸਟ ਕਰਵਾਉਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੂੰ ਜਿਹੜੀ ਵੈਕਸੀਨ ਲੱਗੀ ਹੋਈ ਆ। ਇੱਥੇ ਤੱਕ ਕਿ ਕਿਤੇ ਘੁੰਮਣ ਫਿਰਨ ਦੇ ਲਈ ਵੀ ਉਹਨਾਂ ਨੂੰ ਰਾਤ ਨੂੰ ਜੇ ਕਰਫਿਊ ਆ ਤਾਂ ਉਹਨਾਂ ਦੇ ਲਈ ਕਰਫਿਊ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਉਹਨਾਂ ਨੇ ਵੈਕਸੀਨ ਲਵਾਈ ਉਹ ਜਿਹੜੇ ਡੋਜ਼ ਲਵਾਏ। ਸਰਕਾਰ ਧੱਕੇ ਨਾਲ ਅਸੀਂ ਕਹਿ ਸਕਦੇ ਹਾਂ, ਜਿੱਦਾਂ ਕਿੱਦਾਂ ਕਰਕੇ। ਜੇਕਰ ਅਮਰੀਕਾ ਦੀ ਸਰਕਾਰ ਪੈਸਿਆਂ ਦਾ ਲਾਲਚ ਦੇ ਰਹੀ ਹੈ ਤਾਂ ਆਪਣਾ ਜਿਹੜਾ ਜਰਮਨ ਦੀ ਸਰਕਾਰ ਆ ਇਹ ਕਹਿ ਰਹੀ ਹੈ ਹਾਂਜੀ ਤੁਹਾਨੂੰ ਆਹ ਚੀਜ਼ ਚਾਹੀਦੀ ਆ, ਜੇਕਰ ਤੁਹਾਡੇ ਕੋਲ ਵੈਕਸੀਨ ਆ ਤਾਂ ਤੁਸੀਂ ਇਸ ਚੀਜ਼ ਨੂੰ ਲੈ ਸਕਦੇ, ਇਸ ਚੀਜ਼ ਦੇ ਵਿੱਚ ਜਾ ਸਕਦੇ, ਸਫ਼ਰ ਕਰ ਸਕਦੇ। ਜੇਕਰ ਤੁਸੀਂ ਵੈਕਸੀਨ ਨਹੀਂ ਲਵਾਈ ਤਾਂ ਫਿਰ ਤੁਹਾਡੇ ਲਈ ਇਹ ਸੁਵਿਧਾ ਉਪਲਬਧ ਨਹੀਂ ਹੈ ਜੀ। ਇਟਲੀ ਦੇ ਵਿੱਚ ਵਾਪਸ ਆਉਂਦੇ ਜੀ। ਸੁਵਿਧਾ ਦੀ ਗੱਲ ਕਰੀ ਤਾਂ ਇੱਕ ਕਲਾਬਰੀਆ ਦੇ ਵਿੱਚ ਮੈਡੀਕੋ ਦੀ ਫੈਮਿਲੀ ਸੀ, ਇੱਕ ਡਾਕਟਰ ਸੀ ਜਿਸ ਦੀ ਉਮਰ 45 ਸਾਲ ਦੱਸਿਆ ਜਾ ਰਿਹਾ ਕਿ ਮਿਲਾਨ ਨੂੰ ਆ ਰਹੀ ਫਲਾਈਟ ਦੇ ਵਿੱਚ ਆਉਣ ਲਈ ਬਹੁਤ ਹੀ ਜ਼ਿਆਦਾ ਉਤਸੁਕ ਸੀ, ਅਤੇ ਪੁਲਿਸ ਵਾਲਿਆਂ ਨੇ ਫਿਰ ਉਹਨੂੰ ਘੇਰ ਲਿਆ ਅਤੇ ਪਤਾ ਲੱਗਾ ਜੀ ਕਿ ਹਾਂ ਵੀ ਬੰਦਾ ਪੋਜ਼ੀਟਿਵ ਹੋਣ ਦੇ ਬਾਵਜੂਦ ਵੀ ਰੇਜੋ ਕਲਾਬਰੀਆ ਨੂੰ ਛੱਡ ਕੇ ਮਿਲਾਨ ਜਾ ਰਿਹਾ। ਆਖਰ ਕਾਰਨ ਕੀ ਹੈ? ਕਾਰਨ ਬਹੁਤ ਸਾਰੇ ਹੋ ਸਕਦੇ ਨੇ, ਪਰਸਨਲ ਹੋ ਸਕਦੇ, ਫੈਮਿਲੀਅਰ ਵਾਲਾ ਕੋਈ ਕਾਰਨ ਹੋ ਸਕਦਾ, ਪਰ ਪੁਲਿਸ ਨੇ ਉਹਦੇ ਸਿਰ ਜੁਰਮਾਨਾ ਕਰ ਦਿੱਤਾ ਜੀ। ਕਹਿੰਦੇ ਵੀ ਜੀ ਇੱਦਾਂ ਕੰਮ ਨਹੀਂ ਹੁੰਦਾ, ਚਾਹੇ ਤੂੰ ਡਾਕਟਰ ਪੋਜ਼ੀਟਿਵ ਆ ਤਾਂ ਤੈਨੂੰ ਕੁਆਰੰਟਾਈਨ ਰਹਿਣਾ ਪੈਣਾ ਜੀ।
ਇੰਗਲੈਂਡ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ ਸਿਰਫ ਅਤੇ ਸਿਰਫ ਇੱਕ ਹੀ ਮੌਤ ਦਰਜ ਹੋਈ ਹੈ, ਜੋ ਕਿ ਹੁਣ ਤੱਕ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਉਪਲਬਧੀ ਪ੍ਰਾਪਤ ਕਰ ਲਈ ਹੈ। ਉੱਧਰ ਹੀ ਵੂਹਾਨ ਤੁਹਾਨੂੰ ਯਾਦ ਹੋਣਾ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਦੇਸ਼ ਜਿਹਦੇ ਵਿੱਚ ਇਹ ਸਭ ਚੀਜ਼ ਦੀ ਸ਼ੁਰੂਆਤ ਹੋਈ ਸੀ, ਜਿਹਦੇ ਵਿੱਚ ਲੋਕਡਾਊਨ ਲੱਗਾ ਸੀ, ਵੀਡੀਓ ਵਾਇਰਲ ਹੋ ਰਹੀਆਂ ਸਨ। ਉਹਦੇ ਵਿੱਚ ਇੱਕ ਨਵਾਂ ਅਖਾੜਾ ਲਾਇਆ ਜੀ, ਕੋਨਚੈਰ ਤੋਂ ਕੀਤੀ ਗਈ। ਤਕਰੀਬਨ 11,000 ਬੰਦਿਆਂ ਨੇ ਇਸ ਅਖਾੜੇ ਦੇ ਵਿੱਚ ਭਾਗ ਲਿਆ ਜੀ। ਅਤੇ ਦੇਜਨ ਸਾਨੋ ਵੱਲ ਇੱਕ ਨਵਾਂ ਅਪਡੇਟ ਆ ਰਿਹਾ ਜੀ। ਦੇਜਨ ਸਾਨੋ ਦੇ ਵਿੱਚ ਇੱਕ 29 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਿਉਂ ਕੀਤਾ ਗਿਆ? ਕਿਉਂਕਿ ਉਸ ਬੰਦੇ ਨੇ ਜੀ ਆਪਣੇ ਘਰ ਦੇ ਵਿੱਚ ਭੰਗ ਦੀ ਖੇਤੀ ਕੀਤੀ ਸੀ, ਅਤੇ ਜਿਹੜੀ ਭੰਗ ਦੀ ਖੇਤੀ ਹੈ ਜੀ ਦੱਸਿਆ ਜਾ ਰਿਹਾ ਤਕਰੀਬਨ 1 ਕਿੱਲੇ ਤੋਂ ਵੱਧ ਸੀ। ਉਸ ਮੁੰਡੇ ਦਾ ਨਾਮ ਅਤੇ ਨੈਸ਼ਨਲਟੀ ਹੈ ਜਿਹੜੀ ਗੁਪਤ ਰੱਖੀ ਗਈ ਹੈ, ਅਤੇ 10 ਭੰਗ ਦੇ ਬੂਟੇ ਉਹਦੇ ਕੋਲੋਂ ਬਰਾਮਦ ਕੀਤੇ ਗਏ ਹਨ। ਅਤੇ ਇੱਕ ਹੋਰ ਬਹੁਤ ਵੱਡੀ ਗੱਲ ਹੈ ਜੀ, ਤੁਸੀਂ ਭੰਗ ਦੇ ਬੀਜ ਖਰੀਦ ਸਕਦੇ ਹੋ, ਤੁਸੀਂ ਭੰਗ ਦਾ ਬੂਟਾ ਖਰੀਦ ਸਕਦੇ ਹੋ, ਪਰ ਭੰਗ ਨੂੰ ਉਗਾ ਨਹੀਂ ਸਕਦੇ। ਠੀਕ ਹੈ ਜੀ। ਔਨਲਾਈਨ ਜੇਕਰ ਤੁਸੀਂ ਭੰਗ ਖਰੀਦਣੀ ਹੋਵੇ, ਆਪਣੇ ਜਿਹੜੇ ਭੰਗ ਦੇ ਬੀਜ ਹੁੰਦੇ ਆ ਜਿਹੜੇ ਜਿੰਨੇ ਮਰਜ਼ੀ ਖਰੀਦੋ, ਕਿਲੋਆਂ ਦੇ, 10 ਕਿਲੋ ਦੇ, ਕੁਆਂਟਲ ਦੇ, ਲੀਗਲ ਆ, ਪਰ ਉਸ ਜਿਹੜਾ ਬੀ ਆ ਤੁਸੀਂ ਉਹਨੂੰ ਉਗਾ ਨਹੀਂ ਸਕਦੇ। ਇਹ ਜਿਹੜੀ ਇੱਕ ਸੂਚਨਾ ਜੋ ਕਿ ਤੁਹਾਨੂੰ ਸਾਰਿਆਂ ਨੂੰ ਦੇਣੀ ਮੇਰੇ ਹਿਸਾਬ ਨਾਲ ਸ਼ਾਇਦ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਜੀ। ਅਤੇ ਡੈਨਮਾਰਕ ਤੋਂ ਇੱਕ ਬਹੁਤ ਤਗੜਾ ਅਪਡੇਟ ਆ ਰਿਹਾ ਜੀ। ਡੈਨਮਾਰਕ ਹੈ ਜੀ ਕਿ ਵੈਕਸੀਨ ਆ ਜਿਹੜੀ ਜੌਨਸਨ ਐਂਡ ਜੌਨਸਨ, ਮੈਂ ਇਸ ਵੈਕਸੀਨ ਨੂੰ ਨਹੀਂ ਲੈਣਾ, ਘੱਟ ਤੋਂ ਘੱਟ ਜਿਹੜਾ ਸਿਆਲ ਤੱਕ ਇਸ ਵੈਕਸੀਨ ਨੂੰ ਮੈਂ ਯੂਜ਼ ਨਹੀਂ ਕਰਨਾ। ਅਤੇ ਉੱਧਰ ਹੀ ਆਪਣੇ ਇਟਲੀ ਦੇ ਵਿੱਚ ਅਤੀਲੀਓ ਫੋਂਤਾਨਾ ਜੀ, ਜੋ ਕਿ ਲੋਮਬਰਡੀਆ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਜਿਹੜੀ ਆਪਣੇ ਆਸਟਰਾਜ਼ੇਨੇਕਾ ਵੈਕਸੀਨ ਲਵਾਈ ਹੈ ਜੀ। ਜਰਮਨ ਵੱਲ ਇੱਕ ਵਾਰ ਫਿਰ ਮੁੜ ਕੇ ਚੱਲਦੇ ਹਾਂ ਜੀ। ਜਰਮਨ ਦੇ ਵਿੱਚ ਇੱਕ ਵਾਰ ਫਿਰ ਦੂਸਰੀ ਵਾਰ ਹੋਇਆ ਸਾਲ ਦੇ ਵਿੱਚ ਕਿ ਜਿਹੜਾ ਬੀਅਰਾਂ ਦਾ ਉਹਨਾਂ ਦਾ ਫੈਸਟਾ, ਬੜੀ ਤਕੜੀ ਪਾਰਟੀ ਹੁੰਦੀ, ਬੀਅਰਾਂ ਹੀ ਬੀਅਰਾਂ ਹੁੰਦੀਆਂ ਆਲੇ ਦੁਆਲੇ ਖਿਲ ਰਹੀਆਂ, ਅਤੇ ਉਹ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਜੀ। ਕਿਉਂਕਿ ਪ੍ਰੋਬਲਮ ਚੱਲ ਰਹੀ ਹੈ ਜੀ। ਉੱਧਰ ਬਾਰੀ ਦੇ ਵਿੱਚ ਜ਼ੋਨਾ ਅਰਨਚੋਨੇ ਵਾਲੇ ਜਿਹੜੇ ਬਾਰੀ ਦਾ ਜਿਹੜਾ ਹਸਪਤਾਲੇ ਚੈਂਤੂ ਆ, ਜਿਹੜਾ SS 100 ਨੰਬਰ ਦੀ ਜਿਹੜੀ ਸੜਕ, ਉਹਨੂੰ ਬਲੌਕ ਕਰਤਾ ਜੀ। ਕਿਲੋਮੀਟਰਾਂ ਦੀਆਂ ਉੱਥੇ ਲਾਈਨਾਂ ਲੱਗ ਗਈਆਂ। ਲਾਈਨਾਂ ਕਿਉਂ ਲੱਗੀਆਂ? ਅਗਲੇ ਪੋਲੀ ਵਾਲੇ ਬੰਦੇ ਕਹਿੰਦੇ ਜੀ ਸਾਨੂੰ ਅਰਨਚੋਨੇ ਜ਼ੋਨ ਦੇ ਵਿੱਚ ਕੀਤਾ, ਤੁਸੀਂ ਸਾਨੂੰ ਸੰਗਤਰੀ ਜ਼ੋਨ ਦੇ ਵਿੱਚ ਕੀਤਾ, ਅਸੀਂ ਆਪਣੀਆਂ ਬਾਰਾਂ ਨਹੀਂ ਖੋਲ੍ਹ ਸਕਦੇ, ਰੈਸਟੋਰੈਂਟਾਂ ਨਹੀਂ ਖੋਲ੍ਹ ਸਕਦੇ, ਸਾਨੂੰ ਤੁਸੀਂ ਸਮਝਿਆ ਕੀ ਆ? ਅਗਲੇ ਨੇ ਕਰਤਾ ਚੱਕਾ ਜਾਮ, ਅਤੇ ਬਾਰੀ ਵੱਲ ਜਾਣ ਵਾਲੇ ਰਸਤਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਪਈ ਆ ਜੀ। ਉਹਦੀ ਕਾਰਾਬੀਨੀਅਰੀ ਨੇ ਵੋ ਇਗਾਨੀਓ, ਇੱਕ ਇਟਲੀ ਦੇ ਵਿੱਚ ਉਗਾਨੀਓ ਪਿੰਡ ਆ ਜੀ, ਵੋ ਇਗਾਨੀਓ, ਇਹ ਉਹ ਆ ਜੀ ਇਟਲੀ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਇਹਨਾਂ ਦੇ ਹੌਸਪੀਟਲ, ਇਹਨਾਂ ਦੇ ਵਿੱਚ ਪਹਿਲਾਂ ਜਿਹੜੇ ਲੱਗੇ ਸੀ ਲੋਕਡਾਊਨ, ਇਹ ਉਹ ਪਿੰਡਾਂ ਦੇ ਵਿੱਚ ਆਉਂਦਾ। ਲੋਧੀ ਦੇ ਪਿੰਡ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ, ਦੂਸਰਾ ਜਿਹੜਾ ਪਿੰਡ ਸੀ ਸਭ ਤੋਂ ਪਹਿਲੇ ਜਿਹੜੇ ਇਹ ਸੀਗੇ। ਅਤੇ ਬਸ ਸਵੇਰ ਕੀ ਹੈ ਜੀ, ਪੁਲਿਸ ਪਹੁੰਚਦੀ ਆ, 13 ਜਾਣਿਆਂ ਨੂੰ ਜੁਰਮਾਨਾ 400 ਦਾ ਕਰਦੇ, ਕਿਉਂਕਿ ਉਹ ਕਹਿੰਦੇ ਵੀ ਭਾਈ ਤੁਸੀਂ ਇਹ ਥੋੜ੍ਹੀ ਆ ਕਿ ਅੱਧੀ ਰਾਤ ਨੂੰ ਤੁਸੀਂ ਭੰਗੜੇ ਪਾਓਗੇ, ਨੱਚੋਂ ਟੱਪੋਗੇ, ਜੁਰਮਾਨੇ ਕਰ ਦਿੱਤੇ ਜੀ। ਅਤੇ ਇੰਡੀਆ ਦੇ ਵਿੱਚ ਇਟਲੀ ਤੋਂ ਜਿਹੜੀ ਮਦਦ ਭੇਜੀ ਗਈ ਸੀ ਇੰਡੀਆ ਦੇ ਵਿੱਚ ਪਹੁੰਚ ਗਈ ਹੈ ਜੀ, ਜੋ ਕਿ ਅੱਜ ਸਵੇਰੇ ਹੀ ਉਹਨਾਂ ਨੂੰ ਮਿਲ ਗਈ ਹੈ। ਇੱਕ ਹੋਰ ਜੋ ਖਬਰ ਹੈ ਜੀ, 40,000 ਤਕਰੀਬਨ ਜੁਰਮਾਨਾ ਕੀਤਾ ਗਿਆ ਜੀ। ਪੰਜ ਬੰਦੇ ਆ, 400 ਦਾ ਜਿਹਨਾਂ ਨੂੰ ਜੁਰਮਾਨਾ ਕੀਤਾ ਗਿਆ। 100 ਬੰਦਿਆਂ ਨੂੰ 400 ਦਾ ਜੁਰਮਾਨਾ ਕੀਤਾ ਗਿਆ, ਅਤੇ 5 ਦਿਨਾਂ ਦੇ ਲਈ ਜਿਹੜੀ ਉਹਨਾਂ ਦੀ ਦੁਕਾਨ ਆ ਬੰਦ ਕਰ ਦਿੱਤੀ ਗਈ। ਕਿਉਂਕਿ ਇੱਕ ਪੱਬ ਦੇ ਵਿੱਚ ਇੱਕ ਨਾ ਅੱਧਾ ਦੋ ਨਾ 100 ਬੰਦਾ ਜਿਹੜਾ ਉਹਦੇ ਵਿੱਚ ਮੌਜੂਦ ਸੀ, ਜਿਸ ਕਾਰਨ ਫਿਰ ਉਹਨਾਂ ਨੇ ਸਾਰਿਆਂ ਨੂੰ ਹੀ ਰੰਗੇ ਵੱਡੇ ਹੱਥੀ ਲਿਆ, ਕਹਿੰਦੇ ਵੀ ਹੁਣ ਤੁਹਾਨੂੰ ਅੱਗੇ ਵਾਸਤੇ ਅਕਲ ਆ ਜਾਊਗੀ। ਅਤੇ ਸਿਰਫ ਡਾਕਟਰ ਹੀ ਨਹੀਂ, ਸਿਰਾਕੂਜ਼ਾ ਦੇ ਵਿੱਚ ਇੱਕ ਔਰਤ 42 ਸਾਲ ਦੀ ਔਰਤ, ਉਹ ਕਹਿ ਰਹੀ ਆ ਉਹ ਪੋਜ਼ੀਟਿਵ ਹੋਣ ਦੇ ਕਾਰਨ ਉਹ ਘੁੰਮਣ ਫਿਰਨ ਗਈ। ਆਪਣਾ ਜਿਹੜਾ 42 ਸਾਲ ਦੀ ਉਹ ਕਹਿੰਦੀ ਜੀ ਮੈਂ ਛੁੱਟੀਆਂ ਮਨਾਉਣ ਜਾਣਾ, ਅਤੇ ਛੁੱਟੀਆਂ ਮਨਾਉਣ ਦੇ ਬਹਾਨੇ ਅਤੇ ਇੱਦਾਂ ਹੀ ਚੱਲ ਰਹੀ ਆ। ਅਤੇ ਬਾਕੀ ਕੀ ਆ ਜੀ, ਫਿਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਘੇਰ ਲਈ, ਉਹਨੂੰ ਵੀ ਜੁਰਮਾਨਾ ਕਰ ਦਿੱਤਾ। ਅਤੇ ਇੰਡੀਆ ਤੋਂ ਅਗਲਾ ਅਪਡੇਟ ਆ ਰਿਹਾ ਜੀ। ਇੰਡੀਆ ਦੇ ਵਿੱਚ ਇੱਕ ਹੋਰ ਹੌਸਪੀਟਲ ਦੇ ਵਿੱਚ ਆਪਣਾ ਆਕਸੀਜਨ ਦੀ ਕਮੀ ਹੋਣ ਦੇ ਕਾਰਨ 24 ਬੰਦਿਆਂ ਦੀ ਜਿਹੜੀ ਮੌਤ ਹੋ ਗਈ ਹੈ ਜੀ। ਜਿਹੜਾ ਇੰਡੀਆ ਦਾ ਜਿਹੜਾ ਸਿਚੁਏਸ਼ਨ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ, ਰੱਬ ਹੀ ਰਾਖਾ ਜੀ। ਤੁਸੀਂ ਵੀ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਇੰਡੀਆ ਦੇ ਵਿੱਚ ਜੋ ਸਿਚੁਏਸ਼ਨ ਆ, ਦੁਨੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਆ, ਛੇਤੀ ਤੋਂ ਛੇਤੀ ਠੀਕ ਹੋ ਜਾਵੇ ਜੀ। ਲਾਸਟਲੀ ਅਪਡੇਟ ਵੀ ਅਸੀਂ ਇੰਡੀਆ ਵੱਲ ਹੀ ਚੱਲਦੇ। ਇੰਡੀਆ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 3,68,137 ਨਵਾਂ ਕੇਸ ਦਰਜ ਹੋਇਆ, ਅਤੇ 3,417 ਮਰੀਜ਼ਾਂ ਦੀ ਮੌਤ ਹੋਈ ਹੈ ਜੀ। ਪਿਛਲੇ ਦਿਨਾਂ ਨਾਲੋਂ ਥੋੜ੍ਹਾ ਜਿਹਾ ਇਹ ਘੱਟ ਵਾ, ਥੋੜ੍ਹਾ ਜਿਹਾ ਸੁਧਾਰ ਆ, ਪਰ 3,400 ਬੰਦਿਆਂ ਦੀ 3,417 ਬੰਦਿਆਂ ਦੀ ਮੌਤ ਜਿਹੜੀ ਗਿਣਤੀ ਹੈ ਬਹੁਤ ਹੀ ਜ਼ਿਆਦਾ। ਅਤੇ ਇੰਡੀਆ ਦੇ ਵਿੱਚ ਵੈਕਸੀਨੇਸ਼ਨ ਦਾ ਜਿਹੜਾ ਕੰਮ ਆ ਬਹੁਤ ਹੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਜੀ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਮਿਲਾਂਗੇ ਜੀ ਅਸੀਂ ਆਪਣੇ ਕੱਲ੍ਹ ਦੇ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।